ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸੀਂ ਤੁਹਾਨੂੰ ਪਹਿਲੀ ਵਿਸ਼ੇਸ਼ਤਾ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦੀ, ਜੋ ਕਿ ਉਸ ਦੇ ਬਾਰੇ ਅਸੀਂ ਤੁਹਾਨੂੰ ਅੱਜ ਦੱਸਾਂਗੇ। ਸ਼੍ਰੀ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਸ਼ਰਧਾ ਨਾਲ ਕਰਨ ਨਾਲ 24,000 ਸਵਾਸ ਸਫਲ ਹੁੰਦੇ ਹਨ। ਉਹ ਕਿਵੇਂ ਹੁੰਦੇ ਹਨ ਅਤੇ ਗੁਰੂ ਨਾਲ ਮਿਲਣ ਦਾ ਰਸਤਾ ਕੀ ਹੈ ਅਤੇ ਗੁਰੂ ਕਿਸ ਤਰ੍ਹਾਂ ਆਪਣੀ ਕਿਰਪਾ ਕਰਦਾ ਹੈ ਆਪਣੇ ਸੇਵਕਾਂ 'ਤੇ, ਆਓ ਅੱਜ ਇਸ ਪਹਿਲੀ ਵਿਸ਼ੇਸ਼ਤਾ ਰਾਹੀਂ ਤੁਹਾਨੂੰ ਅਸੀਂ ਅੱਜ ਦੱਸਾਂਗੇ। ਇੱਕ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਵੇਰੀ ਹੇਠ ਬੈਠ ਕੇ ਨਿਤਨੇਮ ਵਿੱਚ ਜੁੜੇ ਹੋਏ ਸਨ। ਜਦੋਂ ਨਿਤਨੇਮ ਤੋਂ ਵਿਹਲੇ ਹੋਏ ਤਾਂ ਕੁਝ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਜੀ, ਬਾਣੀ ਰਾਹੀਂ ਉਪਦੇਸ਼ ਮਿਲਦਾ ਹੈ ਕਿ ਸਵਾਸ ਸਵਾਸ ਨਾਮ ਜਪੋ, ਬੰਦਗੀ ਕਰੋ, ਕੋਈ ਵੀ ਸਵਾਸ ਬਿਰਥਾ ਨਾ ਜਾਵੇ। ਗੁਰੂ ਨੂੰ ਉਹ ਭਾਉਂਦਾ ਹੈ ਜੋ ਸਵਾਸ ਸਵਾਸ ਨਾਮ ਜਪੇ। ਗੁਰੂ ਰਾਮਦਾਸ ਜੀ ਦੀਆਂ ਪੰਕਤੀਆਂ ਵੀ ਹਨ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ, ਇਹ ਸਾਸ ਗਰਾਸ ਦੀ ਅਵਸਥਾ ਇੱਕਦਮ ਨਹੀਂ ਮਿਲਦੀ, ਸਮਾਂ ਪਾ ਕੇ ਮਿਲਦੀ ਹੈ। ਪੌੜੀਆਂ ਹਨ, ਏਤ ਰਾਹ ਪਤ ਪਵੜੀਆਂ, ਚੜ੍ਹੀਏ ਹੋਏ ਅਕੀਸ। ਇੱਥੇ ਧਿਆਨਯੋਗ ਗੱਲ ਹੈ, ਧਿਆਨ ਦੇਣਾ ਇਹ ਨਹੀਂ ਕਿ ਉੱਦਮ ਹੀ ਨਹੀਂ ਕਰਨਾ, ਸਾਨੂੰ ਸਾਰਿਆਂ ਨੂੰ ਉੱਦਮ ਨਹੀਂ ਛੱਡਣਾ ਚਾਹੀਦਾ। ਇਹਨਾਂ ਪੌੜੀਆਂ 'ਤੇ ਚੜ੍ਹਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਦਿਲ ਢਾਹ ਕੇ ਨਹੀਂ ਬੈਠ ਜਾਣਾ ਕਿ ਮੈਂ ਤਾਂ ਇੱਥੇ ਨਹੀਂ ਪਹੁੰਚ ਸਕਦਾ। ਦੁਆਪਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਕੀੜੇ ਦੀ ਮਿਸਾਲ ਦਿੱਤੀ ਸੀ। ਆਪਣੇ ਘਰਾਂ ਵਿੱਚ ਕਈ ਵਾਰੀ ਵੇਖੋ, ਇੱਕ ਕੀੜਾ ਕੰਧ 'ਤੇ ਕਿੰਨੀ ਵਾਰ ਚੜ੍ਹਨ ਦਾ ਯਤਨ ਕਰਦਾ ਹੈ, ਡਿੱਗਦਾ ਹੈ, ਫਿਰ ਚੜ੍ਹਨ ਦਾ ਯਤਨ ਕਰਦਾ ਹੈ। ਕਈ ਵਾਰੀ ਜਿੱਥੇ ਹੱਥ ਧੋਂਦੇ ਹੋ, ਵਾਸ਼ ਬੇਸ਼ਨ ਜਾਂ ਕੁਝ ਹੋਰ ਐਸੀਆਂ ਥਾਵਾਂ 'ਤੇ ਜਿੱਥੇ ਤਿਲਕਣ ਹੋਵੇ, ਉੱਥੇ ਕੀੜਾ ਚੜ੍ਹਦਾ ਹੈ, ਡਿੱਗਦਾ ਹੈ, ਫੇਰ ਚੜ੍ਹਦਾ ਹੈ, ਫੇਰ ਡਿੱਗਦਾ ਹੈ। ਸ਼੍ਰੀ ਕ੍ਰਿਸ਼ਨ ਨੇ ਕੀੜੇ ਵੱਲ ਵੇਖ ਕੇ ਆਖਿਆ ਸੀ, ਦੇਖੋ 10 ਵਾਰੀ ਡਿੱਗਾ, 15 ਵਾਰੀ ਡਿੱਗਾ, 20 ਵਾਰੀ ਡਿੱਗਾ, ਪਰ 21ਵੀਂ ਵਾਰੀ ਚੜ੍ਹਨ ਵਿੱਚ ਸਫਲ ਹੋ ਗਿਆ। ਕੀੜੇ ਤੋਂ ਹੀ ਸਬਕ ਲੈ ਲਵੋ, ਯਤਨ ਜਾਰੀ ਰੱਖਣਾ, ਇੱਕ ਦਿਨ ਜ਼ਰੂਰ ਸਫਲਤਾ ਮਿਲ ਜਾਵੇਗੀ। ਇੱਕਦਮ ਨਹੀਂ ਅਵਸਥਾ ਬਣਦੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜੋ ਕਿ ਰਸ ਨਾਲ ਭਰੇ ਜੀਵਨ ਦਾ ਆਨੰਦ ਹਰ ਸਮੇਂ ਮਾਣਦੇ ਸਨ, ਬੜੀ ਹਲੀਮੀ ਵਾਲੀ ਬੰਦਗੀ ਕਰਨ ਵਾਲੀ ਰੂਹ ਸਨ। ਉਹਨਾਂ ਨੂੰ ਵੀ ਕੁਝ ਪ੍ਰੇਮੀਆਂ ਨੇ ਅਧਿਆਤਮਕ ਪ੍ਰਸ਼ਨ ਕੀਤਾ ਸੀ ਕਿ ਭਾਈ ਸਾਹਿਬ, ਵਾਹਿਗੁਰੂ ਵਾਹਿਗੁਰੂ ਜਾਪ ਕਰੀਦਾ ਹੈ, ਰਸ ਨਹੀਂ ਆਉਂਦਾ। ਉੱਤਰ ਵਿੱਚ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ, ਪਿਆਰਿਓ, ਇਹ ਸਹਿਜ ਦਾ ਮਾਰਗ ਹੈ, ਇਹ ਅਵਸਥਾ ਇੱਕਦਮ ਨਹੀਂ ਮਿਲਦੀ। ਗੁਰੂ ਅਮਰਦਾਸ ਜੀ ਵੀ ਤਾਂ ਮੋਹਰ ਇਹੀ ਲਾਉਂਦੇ ਹਨ, ਜੀਵਨ 'ਚ ਆਨੰਦ ਆ ਗਿਆ, ਸੱਚੇ ਗੁਰੂ ਦਾ ਮਿਲਾਪ ਹੋਇਆ ਹੈ, ਪਰ ਇਹ ਮਿਲਾਪ ਹੋਇਆ ਹੈ ਸਹਿਜਤਾ ਨਾਲ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਭਾਈ ਵੀਰ ਸਿੰਘ ਜੀ ਨੇ ਬਚਨ ਕੀਤਾ ਕਿ ਇਹ ਸਹਿਜ ਦਾ ਮਾਰਗ ਹੈ। ਮਿਸਾਲ ਦੇ ਕੇ ਸਮਝਾਇਆ ਕਿ ਜਿਵੇਂ ਜੰਗ ਦੇ ਮੈਦਾਨ ਵਿੱਚ ਫੌਜੀ ਦੁਸ਼ਮਣ ਨਾਲ ਲੜ ਕੇ ਜਿੱਤ ਪ੍ਰਾਪਤ ਕਰਦਾ ਹੈ, ਉਦੋਂ ਫਿਰ ਫੌਜੀ ਨੂੰ ਆਨੰਦ ਭਾਵ ਰਸ ਪ੍ਰਾਪਤੀ ਅਵਸਥਾ ਪ੍ਰਾਪਤ ਹੁੰਦੀ ਹੈ। ਜੀਵਨ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅੱਗੋਂ ਵੈਰੀਆਂ, ਈਰਖਾ, ਨਿੰਦਿਆ, ਚੁਗਲੀ ਆਦਿਕ, ਇਹਨਾਂ ਨਾਲ ਜਦ ਤੱਕ ਜੰਗ ਹੈ ਤਦ ਤੱਕ ਰਸ ਕਿੱਥੇ। ਵਾਹਿਗੁਰੂ ਵਾਹਿਗੁਰੂ ਰੂਪੀ ਗੋਲੇ ਰਸਨਾ ਤੇ ਮਨ ਰੂਪੀ ਤੋਪ ਵਿੱਚੋਂ ਚਲਾ ਕੇ ਦੁਸ਼ਮਣਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਹੀ ਸਵਾਸ ਸਵਾਸ ਜਪਣ ਅਤੇ ਰਸ ਦੀ ਪ੍ਰਾਪਤੀ ਹੁੰਦੀ ਹੈ। ਇੱਕ ਵਾਰੀ ਕੋਈ 26-27 ਸਾਲ ਦਾ ਨੌਜਵਾਨ ਬਾਬਾ ਬੰਦਾ ਸਿੰਘ ਜੀ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੈਂ ਸੁਣਿਆ ਹੈ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਹਨ। ਬਾਬਾ ਜੀ ਨੇ ਨਾ ਕੀਤੀ ਅਤੇ ਨਾ ਹਾਂ ਕੀਤੀ। ਸੋਚਿਆ ਜੇ ਕਹਿੰਦੇ ਹਾਂ ਕਿ ਕੀਤੇ ਹਨ ਤਾਂ ਹਉਮੈ ਹੈ, ਜੇ ਕਹਿੰਦੇ ਹਾਂ ਨਹੀਂ ਕੀਤੇ ਤਾਂ ਝੂਠ ਹੈ। ਕਹਿਣ ਲੱਗੇ, ਤੂੰ ਕਿਉਂ ਪੁੱਛ ਰਿਹਾ ਹੈ?
ਕਹਿਣ ਲੱਗਾ, ਇਸ ਲਈ ਪੁੱਛ ਰਿਹਾ ਹਾਂ ਕਿ ਤੁਸੀਂ ਕੀਤੇ ਹਨ ਤੇ ਮੈਨੂੰ ਵੀ ਕਰਵਾ ਦਿਓ। ਬਾਬਾ ਜੀ ਕਹਿਣ ਲੱਗੇ, ਕਿੰਨਾ ਪੜ੍ਹਿਆ ਹੈ? ਕਹਿੰਦਾ, MA ਪੜ੍ਹਿਆ ਹਾਂ। ਬਾਬਾ ਜੀ ਕਹਿੰਦੇ, ਅਸੀਂ ਤੇ ਸਿਰਫ 5 ਅੱਖਰ ਪੜ੍ਹੇ ਹਾਂ। ਸੰਤ ਵਧਾਵਾ ਸਿੰਘ ਜੀ ਹੋਏ ਹਨ ਬਾਬਾ ਨੰਦ ਸਿੰਘ ਜੀ ਦੇ ਵਿਦਿਆ ਗੁਰੂ। ਉਹਨਾਂ ਨਾ ਫੱਟੀ ਲਈ ਸੀ ਤੇ ਨਾ ਹੀ ਸਲੇਟ, ਮਿੱਟੀ ਤੇ ਹੀ ਵਾਹਿਆ ਸੀ ਊੜਾ ਐੜਾ ਈੜੀ ਸੱਸਾ ਹਾਹਾ, ਤੇ ਅੱਗੋਂ ਕਹਿ ਦਿੱਤਾ ਕੱਟਿਆ ਜਮਕਾ ਫਾਹਾ, ਤੇ ਕਿਹਾ ਤੇਰੇ ਲਈ ਇੰਨੇ ਹੀ ਕਾਫੀ ਹਨ। ਇੱਥੇ ਇਹ ਨਾ ਸਮਝ ਲੈਣਾ ਕਿ ਮਹਾਂਪੁਰਸ਼ ਅਨਪੜ੍ਹ ਸਨ। ਦੁਨਿਆਵੀ ਪੜ੍ਹਾਈ ਇੱਥੋਂ ਤੱਕ ਸੀ। ਬਾਣੀ ਦੀ ਮਰਿਆਦਾ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਵਿੱਚ ਜੋ ਬਰੀਕੀਆਂ ਮਹਾਂਪੁਰਸ਼ਾਂ ਨੇ ਕੱਢੀਆਂ, ਉਹ ਆਮ ਆਦਮੀ ਦੀ ਸੋਚ ਤੋਂ ਵੀ ਪਰੇ ਹਨ। ਜਿੱਥੇ ਦੁਨਿਆਵੀ ਪੜ੍ਹਾਈ ਖਤਮ ਹੁੰਦੀ ਹੈ, ਉੱਥੋਂ ਗੁਰੂ ਨਾਨਕ ਦੇ ਘਰ ਦੀ ਕੱਚੀ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ। ਇੱਕ ਵਿਦਵਾਨ ਤੇ ਮਹਾਂਪੁਰਸ਼ ਵਿੱਚ ਬੜਾ ਫਰਕ ਹੈ। ਬਾਬਾ ਜੀ ਕਹਿੰਦੇ, ਤੂੰ MA ਪੜ੍ਹਿਆ ਹੈ, ਅਸੀਂ ਤਾਂ ਕੱਚੀ ਵੀ ਨਹੀਂ ਪੜ੍ਹੇ। ਤੂੰ ਇੰਜ ਕਰ, ਸਾਨੂੰ ਬੈਠੇ ਬੈਠੇ MA ਕਰਵਾ ਦੇ, ਅਸੀਂ ਤੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਵਾ ਦਿੰਦੇ ਹਾਂ। ਉਹ ਨੌਜਵਾਨ ਕਹਿਣ ਲੱਗਾ, MA ਬੈਠੇ ਬੈਠੇ ਕਿਵੇਂ ਹੋ ਸਕਦੀ ਹੈ? ਇਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਬਾਕੀ ਕਲਾਸਾਂ ਪਾਸ ਕਰਨੀਆਂ ਪੈਂਦੀਆਂ ਹਨ, ਫਿਰ MA ਹੁੰਦੀ ਹੈ। ਬਾਬਾ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਦਰਸ਼ਨ ਵੀ ਇੱਕਦਮ ਨਹੀਂ ਹੁੰਦੇ, ਉਸ ਦੇ ਲਈ ਵੀ ਘਾਲਣਾ ਕਰਨੀ ਪੈਂਦੀ ਹੈ, ਉੱਦਮ ਕਰਨੇ ਪੈਂਦੇ ਹਨ। ਦਾਸ ਦਾ ਇਹ ਕੁਝ ਉਦਾਹਰਨਾਂ ਦੇਣ ਤੋਂ ਭਾਵ ਹੈ ਕਿ ਪੌੜੀਆਂ ਚੜ੍ਹੇ ਬਗੈਰ ਮੰਜ਼ਿਲ ਨਹੀਂ ਮਿਲਦੀ। ਸਵਾਸ ਗਰਾਸ ਦੀ ਅਵਸਥਾ ਬਣੇ, ਇਹ ਪੌੜੀ ਬੜੀ ਉੱਚੀ ਹੈ, ਪਰ ਅਸੀਂ ਉਸ ਕੀੜੇ ਤੋਂ ਸੇਧ ਲੈਣੀ ਹੈ, ਉੱਦਮ ਨਹੀਂ ਛੱਡਣਾ। ਸਿੱਖ ਕਹਿਣ ਲੱਗੇ ਕਿ ਸਵਾਸ ਸਵਾਸ ਨਾਮ ਚੱਲੇ, ਇਹ ਪੌੜੀ ਬੜੀ ਉੱਚੀ ਹੈ। ਇਹ ਅਵਸਥਾ 'ਤੇ ਪਹੁੰਚਣ ਤੋਂ ਪਹਿਲਾਂ ਹੀ ਜੇ ਮੌਤ ਆ ਗਈ ਤਾਂ ਸਾਡਾ ਕੀ ਬਣੇਗਾ? ਗੁਰੂ ਰਾਮਦਾਸ ਜੀ ਕਹਿੰਦੇ ਹਨ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਕੋਈ ਸੌਖਾ ਰਾਹ ਬਖਸ਼ ਦਿਓ ਮਹਾਰਾਜ ਜੀ। ਦੂਜੀ ਬੇਨਤੀ। ਸਿੱਖ ਕਹਿਣ ਲੱਗੇ, ਅਸੀਂ ਅਲਪਗ ਜੀਵ ਹਾਂ, ਸਾਡੀ ਸੋਚ ਪੋਚ ਹੈ, ਗ੍ਰਸਥੀ ਦੀ ਕਾਰ ਵਿਹਾਰ ਵੀ ਕਰਨੀ ਹੈ, ਬੱਚਿਆਂ ਦੀ ਦੇਖਭਾਲ ਵੀ ਕਰਨੀ ਹੈ, ਆਏ ਗਏ ਅਤਿਥੀ ਦੀ ਸੇਵਾ ਵੀ ਕਰਨੀ ਹੈ। ਆਪ ਹੀ ਕੋਈ ਸੌਖਾ ਰਾਹ ਬਖਸ਼ੋ ਸਤਿਗੁਰੂ ਜੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵੀ ਕਹਿਣ ਲੱਗੇ, ਸਤਿਗੁਰੂ, ਅਨੇਕਾਂ ਮੱਤਾਂ ਵਿੱਚ ਜੀਵਾਂ ਦੇ ਕਲਿਆਣ ਲਈ ਕੁਝ ਰਚਿਆ ਗਿਆ ਹੈ। ਜਿਵੇਂ ਸੰਤਾਨ ਮਤ ਭਾਵੇਂ ਗੀਤਾ ਦਾ ਪਾਠ ਕਰਨ ਵਿੱਚ ਹੀ ਜੀਵ ਦੀ ਕਲਿਆਣ ਮੰਨਦੇ ਹਨ, ਆਪ ਜੀ ਵੀ ਕੋਈ ਅਜਿਹੀ ਬਾਣੀ ਰਚੋ ਜਿਸ ਦੇ ਪਾਠ ਕੀਤਿਆਂ ਜੀਵਾਂ ਦਾ ਕਲਿਆਣ ਹੋ ਜਾਵੇ ਤੇ 24,000 ਸਵਾਸ ਸਫਲੇ ਹੋ ਜਾਣ। ਆਪ ਜੀ ਦੇ ਸਿੱਖ ਕਿਧਰੇ ਭਟਕ ਨਾ ਜਾਣ। ਸਿੱਖਾਂ ਦੀ ਇਸ ਅਰਦਾਸ ਬਾਰੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਜ਼ਿਕਰ ਹੈ। ਤਾਂ ਤੇ ਰਚੋ ਏਕ ਆਦ ਬਾਣੀ, ਨਿਤ ਜਿਸ ਪੜਤ ਹੋਏ ਅਗ ਹਾਨੀ, ਹਿਰਦੈ ਬਸਾਵੈ ਕਮਾਵੈ ਜੋਈ, ਬੋਹਰ ਨ ਜਨਮ ਮਰਨ ਤਿਸ ਹੋਈ। ਅਗ ਕਹਿੰਦੇ ਹਨ ਪਾਪਾਂ ਨੂੰ, ਕਮਜ਼ੋਰੀਆਂ ਨੂੰ, ਮਾੜੇ ਵਿਚਾਰਾਂ ਨੂੰ। ਹਾਨੀ ਤੋਂ ਭਾਵ ਹੈ ਖਤਮ ਹੋਣਾ। ਇਹ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ, ਇਹੋ ਜਿਹੀ ਬਾਣੀ ਰਚੋ ਜਿਹੜੀ ਸਿੱਖ ਰੋਜ਼ ਪੜ੍ਹਨ ਤੇ ਉਹਨਾਂ ਦੇ ਪਾਪ ਧੋਤੇ ਜਾਣ। ਪੜ੍ਹਨ ਤੋਂ ਬਾਅਦ ਇਸ ਨੂੰ ਜੇ ਕੋਈ ਹਿਰਦੇ ਵਿੱਚ ਵਸਾ ਲਵੇ ਤੇ ਕਮਾ ਲਵੇ, ਉਸ ਦਾ ਜਨਮ ਮਰਨ ਮਿਟ ਜਾਵੇ। ਸਿੱਖਾਂ ਦੀ ਇਹ ਪਿਆਰ ਤੇ ਨਿਮਰਤਾ ਭਰੀ ਬੇਨਤੀ ਸੁਣ ਕੇ ਸਤਿਗੁਰੂ ਦੇ ਕੋਮਲ ਹਿਰਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਸਵਾਸ ਸਫਲੇ ਕਰਨ ਲਈ ਉਮਾ ਪੁੰਗਰਿਆ, ਕਿਉਂ ਨਾ ਐਸੀ ਬਾਣੀ ਰਚੀਏ ਜਿਸ ਨੂੰ ਪੜ੍ਹਨ ਨਾਲ ਮਨੁੱਖ ਦੇ ਇੱਕ ਦਿਨ ਵਿੱਚ ਲੈਣ ਵਾਲੇ 24,000 ਸਵਾਸ ਸਫਲੇ ਹੋ ਜਾਣ। ਸਿੱਖਾਂ ਦੀ ਬੇਨਤੀ 'ਤੇ ਗੌਰ ਕਰਦੇ ਹੋਏ ਰਾਮਸਰ ਸਾਹਿਬ ਦੇ ਪਵਿੱਤਰ ਸੁਹਾਵਣੇ ਰਮਣੀਕ ਮਾਹੌਲ ਵਾਲੇ ਵਾਤਾਵਰਨ ਵਿੱਚ ਬੈਠ ਕੇ ਜੀਵਾਂ ਦੇ ਕਲਿਆਣ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ। ਸਤਿਗੁਰੂ ਨੇ ਆਪਣੀ ਰੂਹਾਨੀ ਬਖਸ਼ਿਸ਼ ਵਰਤਾ ਕੇ ਇਹ ਅਨਮੋਲ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾਇਆ। ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਟਕਸਾਲ ਦੇ ਮੁਖੀ ਦੀ ਸੇਵਾ ਨਿਭਾਉਣ ਵਾਲੇ ਸੰਤ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਟੀਕਾ ਕੀਤਾ ਹੈ, ਉਹ ਆਪਣੀ ਲਿਖਤ ਵਿੱਚ ਲਿਖਦੇ ਹਨ ਕਿ ਇਹ ਇੱਕ ਸਧਾਰਨ ਵਿਅਕਤੀ ਰੋਜ਼ਾਨਾ 24,000 ਸਵਾਸ ਲੈਂਦਾ ਹੈ। ਜੋਗੀਆਂ ਦੇ ਮਤ ਵਿੱਚ ਇੱਕ ਗ੍ਰੰਥ ਹੈ, ਯੋਗ ਕਲਪਤਰ।
ਇਸ ਗ੍ਰੰਥ ਅਨੁਸਾਰ ਸੱਚੇ ਜੋਗੀ ਸੰਤ ਲੋਕ ਰੋਜ਼ਾਨਾ 21,624 ਸਵਾਸ ਰੋਜ਼ ਲੈਂਦੇ ਨੇ। ਬਾਕੀ ਦੇ ਸਵਾਸ ਉਹਨਾਂ ਦੇ ਜਮ੍ਹਾਂ ਰਹਿੰਦੇ ਹਨ। ਜਿਵੇਂ ਗੌਰਮੈਂਟ ਦੀ ਨੌਕਰੀ ਕਰਨ ਵਾਲੇ ਦੀ ਜਿਤਨੀ ਕੁ ਤਨਖਾਹ ਹੁੰਦੀ ਹੈ, ਮਹੀਨੇ ਪਿੱਛੋਂ ਤਨਖਾਹ ਦੇਣ ਲੱਗਿਆਂ ਕੁਝ ਕੁ ਪ੍ਰੋਵੀਡੈਂਟ ਫੰਡ ਦੇ ਕੱਟ ਲਏ ਜਾਂਦੇ ਹਨ। ਜਿਸ ਵੇਲੇ ਨੌਕਰੀ ਦੀ ਮਿਆਦ ਪੂਰੀ ਹੋ ਜਾਂਦੀ ਹੈ, ਫਿਰ ਉਹਨਾਂ ਦੇ ਰੁਪਈਆਂ ਦੇ ਨਾਲ ਕੁਝ ਹੋਰ ਰੁਪਏ ਰਲਾ ਕੇ ਵਾਪਸ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਜਿਹੜੇ ਸੱਚੇ ਜੋਗੀ ਰੱਬ ਦੀ ਨੌਕਰੀ ਕਰਦੇ ਹਨ, ਰਾਤ ਦਿਨ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਗੁਜ਼ਾਰਦੇ ਹਨ, ਉਹਨਾਂ ਦੇ 21,624 ਸਵਾਸ ਨਿਕਲਦੇ ਹਨ। ਸਵਾਸ ਦੇ ਸਵਾਸ ਉਹਨਾਂ ਦੇ ਜਮ੍ਹਾਂ ਹੋ ਜਾਂਦੇ ਹਨ। ਇਸ ਕਾਰਨ ਜੋਗੀਆਂ ਦੀ ਉਮਰ ਵੱਡੀ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਸਰਬ ਸਾਂਝੇ ਚਾਰੇ ਵਰਨਾਂ ਵਾਸਤੇ ਰਚੀ ਹੈ। ਇੱਕ ਸੁਖਮਨੀ ਸਾਹਿਬ ਦੇ ਪਾਠ ਦੇ ਪੂਰੇ ਅੱਖਰ ਕੁੱਲ 21,624 ਹਨ ਅਤੇ 2373 ਅੱਖਰ ਪੈਰਾਂ ਵਿੱਚ ਹਨ। ਜਿਵੇਂ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿੱਚ ਰਾਰਾ ਅੱਖਰ ਹੈ। ਇਸ ਤਰ੍ਹਾਂ ਅੱਖਰਾਂ ਦਾ ਜੋੜਨ 21,624 ਪਲੱਸ 2373 ਬਰਾਬਰ 23,997 ਬਣਦਾ ਹੈ। 13ਵੀਂ ਅਸ਼ਟਪਦੀ ਦੀ ਦੂਜੀ ਪੌੜੀ ਵਿੱਚ 3 ਅੱਖਰ ਵਧਾਏ। ਸਾਰੀਆਂ ਪੌੜੀਆਂ ਵਿੱਚ ਸੰਤ ਸ਼ਬਦ ਆਇਆ ਹੈ, ਪਰ 3 ਪੰਕਤੀਆਂ ਹਨ ਜਿਨ੍ਹਾਂ ਵਿੱਚ ਸੰਤਨ ਹੈ। ਸੰਤਨ ਕੈ ਦੂਖਨ ਕਾਗਜਿਉ ਲਵੈ, ਸੰਤਨ ਕੈ ਦੂਖਨ ਸਰਪ ਜੋਨ ਪਾਏ, ਸੰਤ ਕੈ ਦੂਖਨ ਤ੍ਰਿਸ਼ਨਾ ਮੈਂ ਜਲੈ। ਇਹਨਾਂ 3 ਪੰਕਤੀਆਂ ਵਿੱਚ ਸੰਤ ਦੀ ਬਜਾਏ ਸੰਤਨ ਲਿਖ ਕੇ 3 ਨੰਨੇ ਵਧਾ ਕੇ 23,997 ਪਲੱਸ 3 ਬਰਾਬਰ 24,000 ਅੱਖਰ ਪੂਰੇ ਕੀਤੇ ਹਨ। ਇਸ ਦਾ ਭਾਵ ਇਹ ਹੈ ਕਿ ਚਾਹੇ ਜੋਗੀ ਇਸ ਬਾਣੀ ਨੂੰ ਪੜ੍ਹਨ ਜਾਂ ਆਮ ਗ੍ਰਸਤੀ, ਸਾਰਿਆਂ ਦੇ ਹੀ ਸਾਰੇ ਸਵਾਸ ਸਫਲੇ ਹੁੰਦੇ ਹਨ। ਕਲਯੁਗੀ ਜੀਵਾਂ ਲਈ ਵੀ ਕਿਰਪਾ ਕੀਤੀ, ਜੋਗੀਆਂ ਲਈ ਵੀ। ਜੇ ਕੋਈ ਸਾਸ ਗਰਾਸ ਦੀ ਅਵਸਥਾ 'ਤੇ ਨਹੀਂ ਵੀ ਪਹੁੰਚਿਆ, ਇੱਕ ਪਾਠ ਵੀ ਸੁਖਮਨੀ ਸਾਹਿਬ ਦਾ ਸ਼ਰਧਾ ਭਾਵਨਾ ਨਾਲ ਕਰ ਲਵੇ, ਉਸ ਦੇ 24,000 ਸਵਾਸ ਸਫਲੇ ਹੋ ਜਾਣਗੇ। ਸੂਰਜ ਪ੍ਰਕਾਸ਼ ਵਿੱਚ ਇਸ ਬਾਰੇ ਪੰਕਤੀਆਂ ਦਰਜ ਹਨ। ਪ੍ਰਾਤ ਸਮੇਂ ਇੱਕ ਮਨ ਕਰ ਪਾਠ, ਮਿਟੇ ਪਾਪ ਕਿਰਤ ਜਾਮ ਜੋ ਆਠ, ਜਨਮ ਮਰਨ ਤਿੰਨ ਕੋ ਘਟ ਜਾਏ, ਪਠ ਪ੍ਰਭ ਚਰਨਨ ਰਹੇ ਸਮਾਏ। ਭਾਵ ਇੱਕ ਪਾਠ ਵੀ ਅੰਮ੍ਰਿਤ ਵੇਲੇ ਮਨ ਕਰਕੇ ਕਰ ਲਵੋ। 8 ਪੈਰਾਂ ਦੇ ਪਾਪ ਧੋਤੇ ਜਾਂਦੇ ਹਨ। ਇਹ ਹੈ ਸੁਖਮਨੀ ਸਾਹਿਬ ਦੀ ਬਾਣੀ ਦੀ ਪਹਿਲੀ ਮਹਾਨਤਾ ਵਿਸ਼ੇਸ਼ਤਾ ਕਿ ਸੁਖਮਨੀ ਸਾਹਿਬ ਦੀ ਬਾਣੀ ਦਾ ਇੱਕ ਪਾਠ ਸ਼ਰਧਾ ਨਾਲ ਕਰਨ ਨਾਲ 24,000 ਸਵਾਸ ਸਫਲੇ ਹੁੰਦੇ ਹਨ। ਦਾਸ ਇੱਥੇ ਇੱਕ ਗੱਲ ਖੋਲ੍ਹ ਦੇਵੇ, ਕਈ ਜਿਨ੍ਹਾਂ ਦੀ ਉੱਚੀ ਅਵਸਥਾ ਬਣ ਜਾਵੇ ਉਹ ਕਹਿ ਦਿੰਦੇ ਹਨ, ਅਸੀਂ ਹੁਣ ਸਵਾਸ ਨਾਮ ਜਪਦੇ ਹਾਂ, ਹੁਣ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਦੀ ਲੋੜ ਨਹੀਂ। ਇਹ ਤਾਂ ਮਹਾਂਪੁਰਸ਼ ਜਾਣਨ ਕਿ ਇਸ ਵਿੱਚ ਕਿਤਨੀ ਗਹਿਰਾਈ ਹੈ। ਬੜੇ ਬੜੇ ਮਹਾਂਪੁਰਸ਼ਾਂ ਜਿਨ੍ਹਾਂ ਦੀ ਸਵਾਸ ਨਾਮ ਜਪਣ ਦੀ ਅਵਸਥਾ ਹੈ, ਉਹਨਾਂ ਨੇ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਿਆ। ਦਾਸ ਕੁਝ ਮਹਾਂਪੁਰਸ਼ਾਂ ਦਾ ਜ਼ਿਕਰ ਕਰ ਰਿਹਾ ਹੈ। ਸੰਤ ਸੰਗਤ ਸਿੰਘ ਜੀ ਕਮਾਲਪੁਰ ਵਾਲੇ ਰੋਜ਼ ਦੇ 5 ਪਾਠ ਸੁਖਮਨੀ ਸਾਹਿਬ ਜੀ ਦੇ ਮੁਖ ਤੋਂ ਕਰਦੇ ਸਨ ਜਾਂ ਸ਼ਰਵਣ ਕਰਦੇ ਸਨ। ਸੰਗਤਾਂ ਕੋਲੋਂ ਵੀ ਲੱਖਾਂ ਪਾਠ ਸੁਖਮਨੀ ਸਾਹਿਬ ਦੇ ਕਰਵਾਏ। ਉਹ ਜਾਣਦੇ ਸਨ ਕਿ ਇਸ ਵਿੱਚ ਖਜ਼ਾਨਾ ਹੈ। ਸੰਤ ਉੱਤਮ ਸਿੰਘ ਜੀ, ਜਿਨ੍ਹਾਂ ਨੇ ਬਾਲ ਅਵਸਥਾ ਤੋਂ ਸੁਖਮਨੀ ਸਾਹਿਬ ਦਾ ਪਾਠ ਕੰਠ ਕੀਤਾ ਅਤੇ ਸਾਰੀ ਉਮਰ ਅਖੀਰਲੇ ਸਵਾਸਾਂ ਤੱਕ ਰੋਜ਼ ਨਿਯਮ ਨਾਲ ਸੁਖਮਨੀ ਸਾਹਿਬ ਦੇ ਕਈ ਪਾਠ ਬੜੇ ਪ੍ਰੇਮ ਅਤੇ ਵਿਸ਼ਵਾਸ ਨਾਲ ਕਰਦੇ ਅਤੇ ਸੁਣਦੇ ਰਹਿੰਦੇ ਸਨ। ਸੰਤ ਨਿਹਚਲ ਸਿੰਘ ਜੀ ਜਮਨਾ ਨਗਰ ਵਾਲੇ ਰੋਜ਼ ਦੇ 2 ਪਾਠ ਸੁਣਦੇ ਸਨ। ਸੰਤ ਜਵਾਹਰ ਸਿੰਘ ਜੀ ਮਿੱਠੇ ਟਵਾਣੇ ਵਾਲੇ ਰੋਜ਼ ਦੇ 2 ਪਾਠ ਕਰਦੇ ਸਨ। ਨੂਰਪੁਰ ਨਿਵਾਸੀ ਸੰਤ ਗੁਲਾਬ ਸਿੰਘ ਜੀ ਜੋ ਰੋਜ਼ ਦੇ 2 ਪਾਠ ਸੁਣਦੇ ਸਨ। ਸ਼ਾਹ ਜੀਵਨੇ ਵਾਲੇ ਸੰਤ ਹਰਦਰਸ਼ਨ ਸਿੰਘ ਜੀ ਨੇ ਰੋਜ਼ ਨੇਮ ਨਾਲ ਸੁਖਮਨੀ ਸਾਹਿਬ ਦੇ ਪਾਠ ਕਰਨੇ ਅਤੇ ਵੀ ਸੁਣਨੇ ਵੀ। ਬਾਬਾ ਨੰਦ ਸਿੰਘ ਜੀ ਜੋ ਰੋਜ਼ ਦੇ 5 ਪਾਠ ਸੇਵਕ ਕੋਲੋਂ ਸੁਣਦੇ ਸਨ। ਇਹ ਨਹੀਂ ਕਿ ਇਹਨਾਂ ਮਹਾਂਪੁਰਸ਼ਾਂ ਦੇ ਹੋਰ ਨਿਤਨੇਮ ਨਹੀਂ ਸਨ ਜਾਂ ਸਵਾਸ ਨਾਮ ਨਹੀਂ ਸੀ ਜਪਦੇ, ਪਰ ਸਭ ਕੁਛ ਹੋਣ ਦੇ ਬਾਵਜੂਦ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਵਾਸ ਦੀ ਬੜੀ ਅਵਸਥਾ ਦੇ ਮਾਲਕ ਸਨ, ਪਰ ਰੋਜ਼ 5 ਗ੍ਰੰਥੀ ਦਾ ਨਿਤਨੇਮ ਕਰਦੇ ਸਨ।
ਸੁਖਮਨੀ ਸਾਹਿਬ ਦਾ ਨੇਮ ਉਹਨਾਂ ਵੀ ਨਹੀਂ ਛੱਡਿਆ। ਕਈ ਵਾਰੀ ਸਫ਼ਰ ਵਿੱਚ ਹੀ ਹੋਣਾ, ਸੇਵਕਾਂ ਨੇ ਸੌਂ ਜਾਣਾ, ਪਰ ਆਪ ਸੁਖਮਨੀ ਸਾਹਿਬ ਦਾ ਨੇਮ ਭੁਗਤਾ ਕੇ ਆਰਾਮ 'ਚ ਹੁੰਦੇ ਸਨ। ਸੰਤ ਹੀਰਾ ਸਿੰਘ ਸ਼ਾਹਪੁਰ ਵਾਲਿਆਂ ਸਾਰੀ ਜ਼ਿੰਦਗੀ ਸੁਖਮਨੀ ਸਾਹਿਬ ਦਾ ਨੇਮ ਨਹੀਂ ਛੱਡਿਆ। ਹੋਰ ਵੀ ਅਣਗਿਣਤ ਹੋਣਗੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਸਿਮਰਨ ਬੰਦਗੀ ਹੋਣ ਦੇ ਬਾਵਜੂਦ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਿਆ। ਅਸੀਂ ਬੜੀ ਪਿਆਰੀ ਇਹ ਸਿੱਖਿਆ ਜ਼ਰੂਰ ਲੈਣੀ ਹੈ ਕਿ ਸਵਾਸ ਸਵਾਸ ਅਵਸਥਾ ਨਹੀਂ ਬਣੀ। ਸੁਖਮਨੀ ਸਾਹਿਬ ਜੀ ਦਾ ਸ਼ਰਧਾ ਨਾਲ ਪਾਠ ਕਰੋ, 8 ਪੈਰਾਂ ਦੇ 24,000 ਸਵਾਸ ਸਫਲੇ ਹੋ ਜਾਣਗੇ। ਸਵਾਸ ਸਵਾਸ ਅਵਸਥਾ ਵੀ ਬਣ ਗਈ ਤਾਂ ਵੀ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਣਾ। ਇਹ ਪਹਿਲੀ ਵਿਸ਼ੇਸ਼ਤਾ ਹੀ ਹੈ ਕਿ ਇੱਕ ਪਾਠ ਸ਼੍ਰੀ ਸੁਖਮਨੀ ਸਾਹਿਬ ਦਾ ਕਰਨ ਨਾਲ ਸਾਡੇ ਦਿਨ ਰਾਤ ਦੇ 24,000 ਸਵਾਸ ਸਫਲੇ ਹੋ ਜਾਂਦੇ ਹਨ। ਸੰਗਤ ਜੀ, ਆਪ ਨੂੰ ਇਸ ਵਿਸ਼ੇਸ਼ਤਾਈ ਦਾ ਜੋ ਵੀ ਸਿੱਟਾ ਨਿਕਲਿਆ ਹੈ ਉਹ ਅਸੀਂ ਤੁਹਾਨੂੰ ਦੱਸਾਂਗੇ। ਇਹ ਪਹਿਲੀ ਵਿਸ਼ੇਸ਼ਤਾਈ ਪੜ੍ਹਨ ਤੋਂ ਬਾਅਦ ਕਿਸੇ ਵੀਰ ਭੈਣ ਬਜ਼ੁਰਗ ਦਾ ਇੱਕ ਪਾਠ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਨੇਮ ਬਣ ਜਾਵੇ ਤਾਂ ਗੁਰੂ ਦੀ ਕਿਰਪਾ ਨਾਲ ਇਹ ਉਪਰਾਲਾ ਅਸੀਂ ਸਫਲ ਸਮਝਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬੇਨਤੀ ਹੈ ਕਿ ਇਹ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।